स्टूडेंट्स ਅੱਜ ਕੱਲ ਕਰਾਂਗੇ ਆਪਾਂ ਹਰੇਕ ਇੰਜੀਨੀਅਰਿੰਗ ਟ੍ਰੇਡ ਵਿੱਚ ਵਰਤੇ ਜਾਣ ਵਾਲੇ ਇੱਕ ਪ੍ਰੈਸੀਜਨ ਇਨਸਟਰੂਮੈਂਟ ਜਿਹਦਾ ਕੀ ਨਾਮ ਹੈ ਆਊਟਸਾਈਡ ਮਾਈਕਰੋਮੀਟਰ। ਇਹ ਹਰੇਕ ਆਈਟੀਆਈ ਚ ਇੰਜੀਨੀਅਰਿੰਗ ਟ੍ਰੇਡ ਚ ਬਹੁਤ ਜ਼ਿਆਦਾ ਜਿਹੜਾ ਉਹ ਵਰਤਿਆ ਜਾਂਦਾ ਟੂਲ ਹੈ ਜਿਹਦਾ ਨਾਮ ਹੈ ਆਊਟਸਾਈਡ ਮਾਈਕਰੋਮੀਟਰ। ਅੱਜ ਦਾ ਚੈਪਟਰ ਖਤਮ ਹੋਣ ਤੋਂ ਬਾਅਦ ਆਪਾਂ ਕੀ ਜਾਂ ਇਸ ਦੇ ਵਿੱਚ ਕੀ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਇਹਦੇ ਪਾਰਟਸ ਕਿਹੜੇ ਆ ਮਾਈਕਰੋਮੀਟਰ ਦੇ, ਇਸ ਕਿਸ ਪ੍ਰਿੰਸੀਪਲ ਤੇ ਕੰਮ ਕਰਦਾ ਹੈ, ਇਹਦਾ ਲੀਸਟ ਕਾਊਂਟ ਕਿਸ ਤਰ੍ਹਾਂ ਕੱਢਾਂਗੇ, ਠੀਕ ਹੈ। ਰਿਕੁਆਇਰਡ ਰੇਂਜ ਇਹਦੀਆਂ ਮਾਰਕੀਟ ਕਿਸ ਰੇਂਜ ਦੇ ਆਉਂਦੇ ਆ ਤੇ ਇਹਨੂੰ ਆਪਾਂ ਰੀਡ ਕਿਸ ਤਰ੍ਹਾਂ ਕਰਾਂ, ਕੋਈ ਰੀਡਿੰਗ ਇਹਦੇ ਨਾਲ ਕਿਸ ਤਰ੍ਹਾਂ ਲਵਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਇਹਦੇ ਪਾਰਟਸ ਦੀ। ਦੇਖੋ ਆ ਜਿਹੜੀ ਫਿਗਰ ਹੈ ਇਹ ਆਪਣੇ ਕੋਲ ਹੈਗੀ ਆ ਮਾਈਕਰੋਮੀਟਰ ਦੀ। ਮਾਈਕਰੋਮੀਟਰ ਆਊਟਸਾਈਡ, ਠੀਕ ਹੈ ਜੀ। ਆਊਟਸਾਈਡ ਮਾਈਕਰੋਮੀਟਰ ਦੇਖੋ ਇਹਦੀ ਆਪਾਂ ਪਾਰਟਸ ਦੀ ਗੱਲ ਕਰੀਏ, ਇਹਨੂੰ ਕਹਿੰਦੇ ਆ ਐਨਵਿਲ, ਠੀਕ ਹੈ। ਇਹਨੂੰ ਕਹਿੰਦੇ ਆ ਸਪਿੰਡਲ। ਐਨਵਿਲ ਜਿਹੜੀ ਉਹ ਫਰੇਮ ਦੇ ਨਾਲ ਐਡਜਸਟ ਹੁੰਦੀ ਹੈ, ਫਿਕਸ ਹੁੰਦੀ ਹੈ ਫਰੇਮ ਦੇ ਨਾਲ ਐਨਵਿਲ, ਠੀਕ ਹੈ ਜੀ। ਇਹ ਹੈ ਸਪਿੰਡਲ, ਇਹ ਸਪਿੰਡਲ ਲੌਕ ਹੈ, ਇਹਨੂੰ ਕਹਿੰਦੇ ਬੈਰਲ ਔਰ ਸਲੀਵ, ਇਹਨੂੰ ਕਹਿੰਦੇ ਥਿੰਬਲ, ਇਹਨੂੰ ਕਹਿੰਦੇ ਆ ਰੈਚਟ ਸਟਾਪ। ਇੱਕ ਵਾਰ ਫਿਰ ਤੋਂ, ਇਹ ਹੈਗੀ ਐਨਵਿਲ ਜਿਹੜੀ ਕਿ ਫਰੇਮ ਦੇ ਨਾਲ ਫਿਕਸ ਕੀਤੀ ਵੀ ਹੁੰਦੀ ਹੈ। ਇਹ ਫਰੇਮ ਹੈ, ਇਹ ਸਪਿੰਡਲ ਲੌਕ ਆ, ਇਹ ਬੈਰਲ ਸਲੀਵ, ਇਹਨੂੰ ਕਹਿੰਦੇ ਥਿੰਬਲ, ਇਹਨੂੰ ਕਹਿੰਦੇ ਰੈਚਟ ਸਟਾਪ ਤੇ ਦਿਸ ਇਜ਼ ਸਪਿੰਡਲ, ਠੀਕ ਹੈ। ਹੁਣ ਇਹ ਕਰਦਾ ਕੀ ਹੈ, ਇਹ ਮਾਈਕਰੋਮੀਟਰ ਇਜ਼ ਏ ਪ੍ਰੈਸੀਜਨ ਇੰਸਟਰੂਮੈਂਟ। ਜਿਸ ਤਰ੍ਹਾਂ ਵਰਨੀਅਰ ਕੈਲੀਪਰ ਆ ਉਸ ਤਰ੍ਹਾਂ ਹੀ ਮਾਈਕਰੋਮੀਟਰ ਇੱਕ ਪ੍ਰੈਸੀਜਨ ਇੰਸਟਰੂਮੈਂਟ ਹੈ, ਯੂਜ਼ ਟੂ measure a job generally with an accuracy of 0.01 mm। ਕਿੱਥੋਂ ਦੀ ਤੱਕ ਐਕੂਰੇਸੀ 0.01 mm, ਠੀਕ ਹੈ ਜੀ। ਮਾਈਕਰੋਮੀਟਰ ਆਰ ਯੂਜ਼ ਟੂ ਟੇਕ ਦਾ ਆਊਟਸਾਈਡ ਮੇਜ਼ਰਮੈਂਟ। ਇਹ ਮਾਈਕਰੋਮੀਟਰ ਜਿਹੜਾ ਆਊਟਸਾਈਡ ਮੇਜ਼ਰਮੈਂਟ ਲੈਂਦਾ ਹੈ, ਇਸ ਲਈ ਇਹਨੂੰ ਕੀ ਕਹਿੰਦੇ ਆ ਆਊਟਸਾਈਡ ਮਾਈਕਰੋਮੀਟਰ। ਇਸ ਤਰ੍ਹਾਂ ਇਨਸਾਈਡ ਮਾਈਕਰੋਮੀਟਰ ਵੀ ਆਉਂਦੇ ਆ, ਉਹ ਆਪਾਂ ਨੈਕਸਟ ਸਲਾਈਡ 'ਚ ਆਪਣਾ ਨੈਕਸਟ ਟੌਪਿਕ ਤੇ ਗੱਲ ਕਰਾਂਗੇ ਜਿਹੜੇ ਇਨਸਾਈਡ ਮਾਈਕਰੋਮੀਟਰ ਆਉਂਦੇ ਆ। ਅੱਜ ਆਪਾਂ ਗੱਲ ਕਰਾਂਗੇ ਸਿਰਫ ਆਊਟਸਾਈਡ ਮਾਈਕਰੋਮੀਟਰ। ਹੁਣ ਇਹ ਕਿਸ ਪ੍ਰਿੰਸੀਪਲ ਤੇ ਕੰਮ ਕਰਦਾ, ਜਿਹੜਾ ਆਪਣਾ ਆਊਟਸਾਈਡ ਮਾਈਕਰੋਮੀਟਰ ਉਹ ਕਿਸ ਪ੍ਰਿੰਸੀਪਲ ਤੇ ਕੰਮ ਕਰਦਾ, ਸਕਰੂ ਐਂਡ ਨਟ ਦੇ ਪ੍ਰਿੰਸੀਪਲ ਤੇ ਕੰਮ ਕਰਦਾ। ਸਕਰੂ ਐਂਡ ਨਟ ਦੇ ਪ੍ਰਿੰਸੀਪਲ ਤੇ ਕੰਮ ਕਰਦਾ। The micrometer works on the principle of screw and nut. The longitudinal moment of the spindle during one rotation is equal to the pitch of the screw। दोबारा फिर तो, the micrometer works on the principle of screw and nut। The longitudinal movement of the spindle during one rotation is equal to the pitch of the screw। The movement of the spindle to the distance of the pitch or its fractions can be actually measured on the barrel and thimble। ਜਿਹੜੀ ਆਪਾਂ ਪਿੱਛੇ ਦੇਖ ਕੇ ਗਏ ਆ ਬੈਰਲ ਤੇ ਥਿੰਬਲ, ਉਹਦੇ ਨਾਲ ਮੇਜਰ ਕੀਤਾ ਜਾਂਦਾ। ਵੈਸੇ ਸਿੱਧੀ ਜੀ ਗੱਲ ਕਰੀਏ ਤਾਂ ਇਹ ਇੱਕ ਸਕਰੂ ਐਂਡ ਨਟ ਦੇ ਪ੍ਰਿੰਸੀਪਲ ਦੇ ਜਿਹੜਾ ਉਹ ਇੱਕ ਵਰਕਿੰਗ ਪ੍ਰਿੰਸੀਪਲ ਇਹਦਾ ਆਊਟਸਾਈਡ ਮਾਈਕਰੋਮੀਟਰ ਦਾ ਵਾ। ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਗ੍ਰੈਜੂਏਸ਼ਨ ਐਂਡ ਲੀਸਟ ਕਾਊਂਟ, ਇਹ ਕਿਸ ਤਰ੍ਹਾਂ ਮੇਜਰ ਕਰਦੇ ਆ ਤੇ ਇਹਦਾ ਲੀਸਟ ਕਾਊਂਟ ਕੀ ਹੁੰਦਾ, ਉਹ ਆਪਾਂ ਇਸ ਫਿਗਰ 'ਚ ਇਸ ਸਲਾਈਡ 'ਚ ਦੇਖਦੇ ਆ। ਦੇਖੋ ਇਹ ਆਪਣਾ ਹੈਗਾ ਆਊਟਸਾਈਡ ਮਾਈਕਰੋਮੀਟਰ। ਸਭ ਤੋਂ ਪਹਿਲਾਂ ਹਮੇਸ਼ਾ ਹੀ ਆਊਟਸਾਈਡ ਮਾਈਕਰੋਮੀਟਰ ਦੇ ਉੱਪਰ ਲਿਖਿਆ ਹੁੰਦਾ ਹੈ ਇਹਦੀ ਰੇਂਜ ਕਿੰਨੀ, ਜਿਵੇਂ ਇਹਦੀ ਰੇਂਜ ਹੈ 0 ਤੋਂ 25 mm, ਠੀਕ ਹੈ। ਦੇਖੋ ਆ ਇਸ ਚੀਜ਼ ਨੂੰ ਬੜਾ ਕਰਕੇ ਦਿਖਾਇਆ ਗਿਆ ਇੱਥੇ, ਠੀਕ ਹੈ। ਇਹਨੂੰ ਬੈਰਲ ਕਹਿੰਦੇ ਆ, ਇਹਨੂੰ ਥਿੰਬਲ ਕਹਿੰਦੇ ਆ। ਜਿਹੜੀ ਆ ਲਾਈਨ ਆ ਜਿਹਦੇ ਤੋਂ 1 2 3 4 5 ਲਿਖਿਆ ਗਿਆ, ਇਹਨੂੰ ਕਹਿੰਦੇ ਆ ਡੈਟਮ ਲਾਈਨ। ਡੈਟਮ ਲਾਈਨ, ਦਿਸ ਇਜ਼ ਮਿਲੀਮੀਟਰ ਲਾਈਨ ਜਿਵੇਂ ਆ ਇੱਕ, ਠੀਕ ਹੈ ਜੀ। ਉਸ ਤੋਂ ਬਾਅਦ ਹਾਫ ਮਿਲੀਮੀਟਰ ਲਾਈਨ ਵਿੱਚ ਬਣੀ ਹੋਈ ਆ, ਠੀਕ ਹੈ ਜੀ। ਇਹ ਥਿੰਬਲ ਦੀ ਡਿਵੀਜ਼ਨ ਆ ਇਹਦੇ ਉੱਪਰ ਬਣੀ ਹੋਈ, ਇਹਨੂੰ ਥਿੰਬਲ ਕਹਿੰਦੇ ਆ, ਥਿੰਬਲ ਦੀ ਡਿਵੀਜ਼ਨ ਬਣੀ ਹੋਈ ਆ। ਆ ਬੈਰਲ ਹੈ ਦੀ, ਠੀਕ ਹੈ, ਬੈਰਲ ਤੇ ਡਿਵੀਜ਼ਨਸ ਬਣੀਆਂ ਹੋਈਆਂ, ਠੀਕ ਹੈ। In metric micrometer, the pitch of the spindle thread is 0.5 mm। ये तो क्या मतलब है, in metric micrometer the pitch of the spindle thread is 0.5 mm। metric pitch of spindle, देखो spindle की चीज अपने को लिया spindle है, ठीक है। देखो आ एक का ਇਹ 2 ਆ, 2 ਦੇ ਵਿੱਚ ਹਾਫ ਵੀ ਆ, ਉਹਦਾ ਫਿਰ ਹਾਫ ਕੀਤਾ ਹੋਇਆ, that means
5 mm is the meaning ਇਹ ਹੈ। therefore thereby in one rotation of the thimble, ਜੇ ਆ ਥਿੰਬਲ ਨੂੰ ਆਪਾਂ ਇੱਕ ਰੋਟੇਟ ਕਰਦੇ ਆ, ਥਿੰਬਲ ਨੂੰ ਰੋਟੇਟ ਕਰਦੇ ਆ clockwise direction ਦੇ ਵਿੱਚ, the spindle advance by 0.5 mm, ਜਿਹੜਾ ਸਪਿੰਡਲ ਆ 0.5 mm ਅੱਗੇ ਵੱਧ ਜਾਂਦਾ, ਯਾਨੀ ਕਿ ਜੇ ਪਹਿਲਾਂ 0.5 ਸੀ ਫਿਰ ਉਹ 1 mm ਤੇ ਚਲ ਜਾਂਦਾ। ਠੀਕ ਹੈ ਜੀ, ਸਮਝ ਲੱਗ ਗਿਆ। ਇਸ ਤੋਂ ਨੈਕਸਟ ਦੇਖਦੇ ਆਪਾਂ on barrel a 25 mm long datum line is marked। ਆ ਜਿਹੜੀ ਬੈਰਲ ਆ ਇਹ ਤੇ 0 ਤੋਂ ਲੈ ਕੇ 25 mm ਤੱਕ ਦੀ ਮਾਰਕਿੰਗ ਕੀਤੀ ਹੁੰਦੀ। on barrel 25 mm long datum line ਜਿਹੜੀ ਉਹ ਮਾਰਕ ਕੀਤੀ ਹੁੰਦੀ ਹਰੇਕ ਦੇ ਉੱਪਰ, ਹਰੇਕ ਦੇ ਉੱਪਰ 25 mm long datum line ਹੀ ਹੁੰਦੀ ਹੈ। ਠੀਕ ਹੈ ਜੀ। the graduations the line is further graduated to millimeter and half millimeter, ਜਿਵੇਂ ਆਪਾਂ ਇੱਥੇ ਪਹਿਲਾਂ ਗੱਲ ਕੀਤੀ ਸੀ ਆ ਕੀ ਹੈ 1 ਮਿਲੀਮੀਟਰ, ਉਹਦੀ ਫਿਰ ਹਾਫ ਕੀਤੀ ਵੀ ਆ ਯਾਨੀ ਕਿ ਹਾਫ ਮਿਲੀਮੀਟਰ। ਠੀਕ ਹੈ, ਯਾਨੀ 0.5 mm ਤੱਕ ਇਹਦੀ ਜਿਹੜੀ ਆ ਮਾਰਕਿੰਗ ਕੀਤੀ ਹੁੰਦੀ ਹੈ। ਠੀਕ ਹੈ। the circumference of the barrel edges of the thimble is graduated into 50 division and marked 0, 5, 10, 15, 45 and 15 in clockwise direction। ਜਿਹੜੀ ਥਿੰਬਲ ਆ ਉਹ ਤੇ ਕਿਤੋਂ ਦੇਖੋ ਮਾਰਕਿੰਗ ਕੀਤੀ ਵੀ ਹੈ 0, 5, ਫਿਰ ਉਸ ਤੋਂ ਬਾਅਦ ਪਿਛਲੇ ਪਾਸੇ ਹੋਗੀ 10, 15, 20, 25, 30, 35, 40, 45 ਤੇ 50, 50 ਤੱਕ ਮਾਰਕਿੰਗ ਕੀਤੀ ਹੁੰਦੀ ਹੈ। ਠੀਕ ਹੈ, ਸਰਕਮਫਰੈਂਸ, ਇਹਦੇ ਸਰਕਮਫਰੈਂਸ ਦੇ ਥਿੰਬਲ ਦੇ ਉੱਪਰ। ਹੁਣ ਦੇਖਦੇ ਆਪਾਂ ਦਾ ਲੀਸਟ ਕਾਊਂਟ ਕਿਸ ਤਰ੍ਹਾਂ ਕਰਨਾ। ਜਿਵੇਂ ਵਰਨੀਅਰ ਕੈਲੀਪਰ ਦਾ ਲੀਸਟ ਕਾਊਂਟ ਕੱਢਦੇ ਸੀ ਉਵੇਂ ਸੇਮ ਹੀ ਇਹਦਾ ਲੀਸਟ ਕਾਊਂਟ ਕੱਢਦੇ, ਬਟ ਇਹਦੇ ਜਿਹੜਾ ਲੀਸਟ ਕਾਊਂਟ ਆਪਾਂ ਕੱਢਣਾ ਵਾ ਉਹਦੇ ਚ ਆਪਾਂ ਲੈਂਦੇ ਸੀਗੇ ਮੇਨ ਸਕੇਲ ਡਿਵੀਜ਼ਨ ਤੇ ਵਰਨੀਅਰ ਸਕੇਲ ਡਿਵੀਜ਼ਨ। ਇਹਦੇ ਤੇ ਜਿਹੜੀ ਆਪਣੇ ਕੋਲੇ ਇਸ ਚੀਜ਼ ਦੀ ਡਿਵੀਜ਼ਨ ਤੇ ਇਸ ਚੀਜ਼ ਦੀ ਡਿਵੀਜ਼ਨ ਦੇ ਨਾਲ ਆਪਾਂ ਇਹਦਾ ਲੀਸਟ ਕਾਊਂਟ ਕੱਢਾਂਗੇ। ਦੇਖੋ ਲੀਸਟ ਕਾਊਂਟ ਕਿਤੇ ਬਰਾਬਰ ਹੁੰਦਾ the distance moved by the spindle during one rotation of the thimble। ਜੇ ਥਿੰਬਲ ਇੱਕ ਰੋਟੇਸ਼ਨ ਕੱਢਦੀ ਹੈ ਪੂਰੀ, ਇੱਕ ਰੋਟੇਸ਼ਨ ਕਲੌਕਵਾਈਜ਼, ਜਿਵੇਂ ਆਪਾਂ ਇੱਥੇ ਗੱਲ ਕੀਤੀ ਸੀ ਇੱਕ ਕਲੌਕਵਾਈਜ਼ ਇੱਕ ਰੋਟੇਸ਼ਨ ਕੱਢ ਲੈਂਦੀ ਆ ਤਾਂ ਕਿੰਨਾ ਮੂਵ ਕਰ ਜਾਂਦੀ ਹੈ 0.5 mm। ਠੀਕ ਹੈ, ਮੂਵਮੈਂਟ ਆਫ ਵਨ ਡਿਵੀਜ਼ਨ ਆਫ ਦਾ ਥਿੰਬਲ ਕਿੰਨਾ ਮੂਵ ਕਰੂਗੀ 0.5 into 1/50, ਕਿਉਂਕਿ ਇਹ ਤਾਂ ਡਿਵੀਜ਼ਨ ਕਿੰਨੀਆਂ ਵਾ 50 ਡਿਵੀਜ਼ਨਸ ਹੈ। ठीक है, इसलिए द लीस्ट काउंट कितना हो गया 0.01 mm। ठीक है, the distance moved by the spindle during one rotation of the thimble is 0.5 mm, यानी कि स्पिंडल जी 0.5 mm मूव कर दी है। ठीक है जी, मूवमेंट ऑफ वन डिवीजन ऑफ द थिम्बल कितनी हो जाएगी 0.5 into 1/50 यानी कि 0.01 mm। यानी कि ਜਦੋਂ ਇਹ ਇੱਕ ਮੂਵ ਕਰਨੇ ਇੱਕ ਕਲੌਕਵਾਈਜ਼ ਡਾਇਰੈਕਸ਼ਨ ਮੂਵ ਕਰ ਜਾਂਦੀ ਹੈ, ਆਹ ਕਿੰਨੀ ਮੂਵ ਕਰ ਜਾਂਦੀ ਹੈ 0.5 mm, ਇਹਦੇ ਤੇ 0.5 mm ਆ ਜਾਂਦਾ, ਇਹ ਇੱਕ ਪੂਰੀ ਮੂਵ ਕਰ ਜਾਂਦੀ ਹੈ। ਠੀਕ ਹੈ, ਇਸ ਲਈ ਕਿ ਇਹਦਾ ਜਿਹੜਾ ਲੀਸਟ ਕਾਊਂਟ ਕਿੰਨਾ ਹੁੰਦਾ ਵਾ 0.5 into 1/50 0.01 mm, यानी कि एक्यूरेसी और लीस्ट काउंट ऑफ मीट्रिक आउटसाइड माइक्रोमीटर इज 0.01 mm। ठीक है जी, ਹੁਣ ਨੈਕਸਟ ਗੱਲ ਕਰਦੇ ਆਪਾਂ ਰੇਂਜ। ਮਾਰਕੀਟ 'ਚ ਕਿਸ ਰੇਂਜ ਦੇ ਆਪਣੇ ਕੋਲੇ ਮਿਲਦੀ ਹੈ ਇਹ। ਦੇਖੋ ਮਾਰਕੀਟ ਜਿਹੜੇ ਅਵੇਲੇਬਲ ਆਪ ਦੇਖੋ, ਜਿਵੇਂ ਪਿਛਲੇ ਤੇ ਲਿਖਿਆ 0 ਤੋਂ ਲੈ ਕੇ 25 mm, ਇਹ ਤੇ ਲਿਖਿਆ ਵਾ 50 ਤੋਂ ਲੈ ਕੇ 75 mm। ਆਊਟਸਾਈਡ ਮਾਈਕਰੋਮੀਟਰ ਆਰ ਅਵੇਲੇਬਲ ਇਨ ਰੇਂਜ 0 ਤੋਂ 25 mm, 25 ਤੋਂ 50 mm, 50 ਤੋਂ 75 mm, 75 ਤੋਂ 100 mm, 100 ਤੋਂ 125 mm ਐਂਡ 125 ਤੋਂ 150 mm। But for all range of micrometer the graduation marked on barrel, barrel ਤਾਂ ਹਮੇਸ਼ਾ ਕੀ ਹੁੰਦਾ 0 ਤੋਂ 25 mm ਦੀ ਮਾਰਕਿੰਗ ਹੁੰਦੀ ਹੈ, ਭਾਵੇਂ ਜਿਹੜਾ ਮਰਜ਼ੀ ਉਹ ਜਿਹੜੀ ਰੇਂਜ ਉਹਦੀ ਜਿਹੜੀ ਮਰਜ਼ੀ ਭਾਵੇਂ 0 ਤੋਂ 25 ਹੋਵੇ 25 ਤੋਂ 50 ਹੋਵੇ, ਪਰ ਉਹਦੀ ਜਿਹੜੀ ਬੈਰਲ ਤੇ ਜਿਹੜੀ ਹੁੰਦੀ ਮਾਰਕਿੰਗ ਉਹ 0 ਤੋਂ 25 mm ਦੀ ਹੁੰਦੀ ਹੈ। ਉਸ ਤੋਂ ਬਾਅਦ ਰੀਡਿੰਗ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਬੈਰਲ ਰੀਡਿੰਗ ਕੱਢਾਂਗੇ। ਬੈਰਲ ਰੀਡਿੰਗ ਕਿਵੇਂ ਕੱਢੀ ਦੀ ਆ, ਉਸ ਤੋਂ ਬਾਅਦ ਆਪਾਂ ਜਿਹੜੀ ਉਹਦੀ ਸਪਿੰਡਲ ਦੀ ਰੀਡਿੰਗ ਦੇਖਾਂਗੇ ਕਿਸ ਤਰ੍ਹਾਂ ਕੱਢਦੇ ਆ ਬੈਰਲ ਦੀ ਰੀਡਿੰਗ ਤੋਂ ਬਾਅਦ। ਠੀਕ ਹੈ ਜੀ, ਬੈਰਲ ਰੀਡਿੰਗ ਤੋਂ ਬਾਅਦ ਆਪਾਂ ਥਿੰਬਲ ਦੀ ਰੀਡਿੰਗ ਦੇਖਾਂਗੇ ਕਿਸ ਤਰ੍ਹਾਂ ਕੱਢਦੇ ਆ, ਫਿਰ ਦੋਵਾਂ ਨੂੰ ਜੋੜ ਕੇ ਉਹਦੀ ਆਪਣੇ ਕੋਲ ਜਿਹੜੇ ਟੋਟਲ ਰੀਡਿੰਗ ਜਿਹੜੀ ਉਹਦੀ ਆ ਜਾਏਗੀ। ਬੈਰਲ ਰੀਡਿੰਗ ਦੇਖੋ, ਇਹਨੂੰ ਕਹਿੰਦੇ ਬੈਰਲ ਦੀ ਰੀਡਿੰਗ ਦੇਖੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਇੱਕ ਚੀਜ਼ ਨੋਟ ਕਰ ਲਈਏ ਵੀ ਜਿਹੜਾ ਆਪਾਂ ਇਹ ਮਾਈਕਰੋਮੀਟਰ ਆਊਟਸਾਈਡ ਮਾਈਕਰੋਮੀਟਰ ਯੂਜ਼ ਕਰ ਰਹੇ ਆ ਉਹਦੀ ਰੇਂਜ ਕਿੰਨੀ ਹੈ 50 ਤੋਂ 75 mm। ਸਭ ਤੋਂ ਪਹਿਲਾਂ ਇਹ ਨੋਟ ਕਰਨ ਵਾਲੀ ਚੀਜ਼ ਕਿਹੜੀ ਹੈ ਆਪਣੇ ਕੋਲ ਵੀ ਇਹਦੀ ਜਿਹੜੀ ਮਾਈਕਰੋਮੀਟਰ ਦੀ ਰੇਂਜ ਕਿਹੜੀ ਹੈ।
फर्स्ट सब तो पहले ਆਪਾਂ ਨੂੰ ਇਹ ਨੋਟ ਕਰਨਾ ਪਊਗਾ ਰੀਡਿੰਗ ਲੈਣ ਤੋਂ ਪਹਿਲਾਂ ਵੀ ਇਹਦੀ ਜਿਹੜੀ ਰੇਂਜ ਕਿਹੜੀ ਆ, ਉਹ ਰੇਂਜ ਉਹਦੇ ਉੱਪਰ ਹਮੇਸ਼ਾ ਲਿਖੀ ਵੀ ਹੁੰਦੀ ਹੈ। ਜਿਹੜਾ ਆਪਾਂ ਮਾਈਕਰੋਮੀਟਰ ਲੈਂਦੇ ਆ 0 ਤੋਂ 25 ਦੀ ਆ, ਠੀਕ ਹੈ, 50 ਤੋਂ 75 ਦੀ ਆ, ਜਿੰਨੀ ਵੀ ਹੈਗੀ ਉਹਦੇ ਉੱਪਰ ਲਿਖੀ ਹੋਈ। ਯਾਨੀ ਫਰਸਟ ਨੋਟ ਦਾ ਮਿਨੀਮਮ ਰੇਂਜ ਆਫ ਦਾ outside micrometer while measuring within 50 to 75 mm micrometer, note it as 50 mm। starting ਤੋਂ ਦੀ ਦੇਖਣੀ ਹੈ ਕਿੰਨੀ ਹੈ, ਪਹਿਲਾਂ ਉਹ ਆਪਾਂ ਉਹਦੀ ਜਿਹੜੀ ਹੈ ਡਿਵੀਜ਼ਨ ਲੈ ਲੈਣੀ ਹੈ। then read the barrel graduations, read the value of the visible lines on the left of the thimble edge। ਆ ਦੇਖੋ ਆ ਥਿੰਬਲ ਦੀ ਜਿਹੜੀ ਐਜ ਆ, ਇਹਦੇ ਤੋਂ ਇੱਧਰ ਇੱਧਰ ਆਪਾਂ ਜਿਹੜੀਆਂ ਰੀਡਿੰਗਸ ਲੈਣੀਆਂ, ਠੀਕ ਹੈ। ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ, ਇਹਦੀ ਜਿਹੜੀ ਆਪਣੇ ਕੋਲ ਜਿਹੜਾ ਵੀ ਆਪਾਂ ਮਾਈਕਰੋਮੀਟਰ ਰੇਂਜ ਦੀ ਆ ਉਹਦਾ ਸਭ ਤੋਂ ਪਹਿਲਾ ਜਿਹੜਾ ਹੈਗਾ ਉਹ ਲੈ ਲੈਣਾ। ਉਸ ਤੋਂ ਬਾਅਦ ਜਿਹੜੀ ਥਿੰਬਲ ਹੈ, ਥਿੰਬਲ ਤੋਂ ਇੱਧਰ ਇੱਧਰ ਜਿਹੜੀ ਲਾਈਨ ਤੋਂ ਇੱਧਰ ਇੱਧਰ ਜਿੰਨੀਆਂ ਉਹ ਰੀਡਿੰਗਸ ਲੈਣੀਆਂ। ਦੇਖੋ ਕਿੰਨੀਆਂ ਵਾ, 5 10, ਠੀਕ ਹੈ, ਆ 11 12 13, ਠੀਕ ਹੈ। ਇੱਕ ਹਾਫ mm ਮੈਂ, ਕਿਉਂਕਿ ਦੇਖੋ ਪਿਛਲੀ ਸਲਾਈਡ 'ਚ ਆਪਾਂ ਗੱਲ ਕੀਤੀ ਸੀ ਇਹ ਹਾਫ mm ਤੱਕ ਜਿਹੜੀ ਇਹਨਾਂ ਦੀ ਗ੍ਰੈਜੂਏਸ਼ਨਸ ਕੀਤੀਆਂ ਹੋਈਆਂ ਨੇ। ਕਿੰਨੀਆਂ ਹੋ ਗਈਆਂ ਦੇਖੋ 5 10 11 12 13, ਇੱਕ ਹਾਫ ਹੋ ਗਈ 13। ਤਾਂ ਦੇਖਿਓ ਮੇਨ ਡਿਵੀਜ਼ਨ ਦੀ ਰੀਡਿੰਗ ਹੋ ਗਈ ਬੈਰਲ ਦੀ, ਹਾਫ ਫੇਰ ਹੋ ਗਈ ਸਬ ਡਿਵੀਜ਼ਨ ਉਹਦੀ, ਠੀਕ ਹੈ। ਕਿੰਨੀ ਹੋ ਗਈ 13.5 mm, ਠੀਕ ਹੈ, 13.5 mm। ਦੇਖੋ ਜੇ ਲਾਸਟ ਸਲਾਈਡ 'ਚ ਆਪਾਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਇਹਦੀ ਹਾਫ ਡਿਵੀਜ਼ਨ ਸੀ ਕੀਤੀ ਹੁੰਦੀ ਹੈ, ਦੇਖੋ ਇਹਦੇ ਤੇ ਸਾਫ਼ ਪਤਾ ਲੱਗਦਾ ਬੈਰਲ ਦੀ ਗ੍ਰੈਜੂਏਸ਼ਨ ਜਿਹੜੀ ਆ ਉਹ ਹਾਫ ਵੀ ਕੀਤੀ ਹੁੰਦੀ ਹੈ। ਯਾਨੀ ਕਿ ਬੈਰਲ ਰੀਡਿੰਗ ਹੁਣ ਆਪਣੀ ਕਿੰਨੀ ਆ ਗਈ 13 ਆ ਹੋ ਗਈ ਤੇ 0.50 ਆ ਹੋ ਗਈ 13.5 ਤੇ 50 ਆ ਹੋ ਗਈ, ਜਿਹੜਾ ਕਿ ਉਹ ਪਹਿਲਾਂ ਸਟਾਰਟਿੰਗ ਤੋਂ ਆਲਰੇਡੀ ਉਹਦੀ ਜਿਹੜੀ ਆਪਾਂ ਆਊਟਸਾਈਡ ਮਾਈਕਰੋਮੀਟਰ ਰੇਂਜ ਜਿਹੜੀ ਉਹ 50 ਤੋਂ 75 mm ਆਪਾਂ ਲਿੱਤੀ ਵੀ ਹੈ। ਹੁਣ ਗੱਲ ਕਰਦੇ ਹਾਂ ਥਿੰਬਲ ਗ੍ਰੈਜੂਏਸ਼ਨ ਜਾਂ ਥਿੰਬਲ ਦੀ ਰੀਡਿੰਗ ਦੀ, ਜਿਹੜੀ ਇਹ ਰੀਡਿੰਗ ਆਪਾਂ ਕਿਸ ਤਰ੍ਹਾਂ ਲੈਣੀ ਹੈ, ਠੀਕ ਹੈ। ਆ ਥਿੰਬਲ ਦੀ ਰੀਡਿੰਗ ਆਪਾਂ ਕਿਸ ਤਰ੍ਹਾਂ ਲੈਣੀ ਹੈ ਇਹਦੀ ਗੱਲ ਕਰਦੇ ਹਾਂ। ਰੀਡ ਦਾ ਥਿੰਬਲ ਗ੍ਰੈਜੂਏਸ਼ਨ ਇਨ ਲਾਈਨ ਵਿਦ ਬੈਰਲ ਡੈਟਮ ਲਾਈਨ 30 ਡਿਵੀਜ਼ਨ। ਦੇਖੋ ਕੀ ਹੈ, ਇਹਦੀਆਂ ਜਿਹੜੀਆਂ 13 ਡਿਵੀਜ਼ਨ ਆ ਉਹ ਆ ਡੈਟਮ ਲਾਈਨ ਦੇ ਨਾਲ ਕੋਇਨਸਾਈਡ ਕਰਦੀਆਂ। ਥਿੰਬਲ ਦੀਆਂ ਜਿਹੜੀਆਂ ਆ ਥਿੰਬਲ ਦੀਆਂ ਜਿਹੜੀਆਂ 13, ਦੇਖੋ ਆ 10 11 12 13, 13ਵੀਂ ਲਾਈਨ ਜਿਹੜੀ ਆ ਉਹ ਡੈਟਮ ਲਾਈਨ ਦੇ ਨਾਲ ਕੋਇਨਸਾਈਡ ਕਰਦੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਵੀ ਕਿਹੜੀ ਇਹਦੇ ਡੈਟਮ ਲਾਈਨ ਦੇ ਨਾਲ ਜਿਹੜੀ ਆ ਉਹ ਕੋਇਨਸਾਈਡ ਕਰਦੀ ਹੈ ਥਿੰਬਲ ਦੀ ਗ੍ਰੈਜੂਏਸ਼ਨ। ਥਿੰਬਲ ਦੇ ਉੱਪਰ ਜਿਹੜੀ ਗ੍ਰੈਜੂਏਸ਼ਨ ਆ ਉਹ ਕਿਹੜੀ ਡੈਟਮ ਲਾਈਨ ਦੇ ਨਾਲ ਜਿਹੜੀ ਕੋਇਨਸਾਈਡ ਕਰਦੀ ਆ, ਠੀਕ ਹੈ। ਉਸ ਤੋਂ ਬਾਅਦ ਕੀ ਕਰਨਾ, ਲੀਸਟ ਕਾਊਂਟ ਇਹਦਾ ਆਪਾਂ ਕੱਢਿਆ ਹੋਇਆ ਸੀ, ਲੀਸਟ ਕਾਊਂਟ ਕਿੰਨਾ ਸੀ 0.01 mm। ਹੁਣ ਕੀ ਕਰ ਲੈਣਾ, ਜਿਹੜੀਆਂ 13 ਡਿਵੀਜ਼ਨ ਹੈ ਇਹਨੂੰ ਆਪਾਂ ਲੀਸਟ ਕਾਊਂਟ ਨਾਲ ਮਲਟੀਪਲਾਈ ਕਰ ਲੈਣਾ। ਉਹ ਕਿੰਨਾ ਆ ਗਿਆ, 13 ਨੂੰ 0.01 ਨਾਲ ਮਲਟੀਪਲਾਈ ਕਰਾਂਗੇ ਤਾਂ ਸੋਲਵ ਹੋ ਕੇ ਆ ਜਾਊਗਾ 0.13 mm। ਹੁਣ ਆਪਾਂ ਇਹਦੀ ਟੋਟਲ ਰੀਡਿੰਗ ਕੱਢਾਂਗੇ ਐਡ ਕਰਕੇ। ਦੇਖੋ ਮਿਨੀਮਮ ਰੇਂਜ ਕਿੰਨੀ ਸੀ ਆਪਾਂ ਪਿਛਲੀ ਸਲਾਈਡ 'ਚ ਦੇਖੀ ਸੀ 50 mm। ਬੈਰਲ ਦੀ ਰੀਡਿੰਗ ਆਪਾਂ ਕਿੰਨੀ ਲਿੱਤੀ ਸੀਗੀ 13 ਇੱਕ ਸੀਗੀ, ਉਸ ਤੋਂ ਬਾਅਦ ਹਾਫ ਇੱਕ ਸੀਗੀ ਉਹਦੀ 13.5 mm। ਥਿੰਬਲ ਦੀ ਰੀਡਿੰਗ ਆਪਣੇ ਕੋਲ ਕਿੰਨੀ ਆ ਗਈ ਆ 0.13 mm। ਇਸ ਲਈ ਦੀ ਟੋਟਲ ਜਿਹੜੀ ਰੀਡਿੰਗ ਹੋਗੀ ਉਹ 63.63 mm। ਦੇਅਰਫੋਰ ਜਿਹੜੀ ਮਾਈਕਰੋਮੀਟਰ ਦੀ ਰੀਡਿੰਗ ਹੁਣ ਆ ਗਈ ਆਪਣੇ ਕੋਲੇ 63.63 mm ਹੋਗੀ, ਠੀਕ ਹੈ। ਇੱਕ ਵਾਰੀ ਫੇਰ ਤੋਂ ਆਪਾਂ ਜਿਹੜੀ ਇਹਦੀ ਰੀਡਿੰਗ ਦੀ ਗੱਲ ਕਰਦੇ ਹਾਂ, ਜਿਹੜੀ ਆਪਾਂ ਗੱਲ ਕਰਦੇ ਸੀ ਥਿੰਬਲ ਦੀ ਰੀਡਿੰਗ ਦੀ, ਦੇਖੋ ਕੀ ਕਰਨੀ ਹੈ। ਜਦੋਂ ਬੈਰਲ ਦੀ ਰੀਡਿੰਗ ਆਪਾਂ ਲੈ ਲਈ, ਠੀਕ ਹੈ, ਥਿੰਬਲ ਦੀ ਰੀਡਿੰਗ ਕਿਵੇਂ ਲੈਣੀ ਹੈ, ਜਿਹੜੀ ਡੈਟਮ ਲਾਈਨ ਦੇ ਨਾਲ ਕੋਇਨਸਾਈਡ ਕਰ ਗਈ, ਜਿਹੜੀ ਰੀਡਿੰਗ ਡੈਟਮ ਲਾਈਨ ਦੇ ਨਾਲ ਕੋਇਨਸਾਈਡ ਕਰ ਗਈ। ਦੇਖੋ ਇੱਥੇ ਕਿੰਨੀ ਕਰ ਗਈ 10 11 12 13ਵੀਂ ਕੋਇਨਸਾਈਡ ਕਰ ਗਈ, ਉਹਨੂੰ ਕੀ ਕਰ ਦੇਣਾ ਲੀਸਟ ਕਾਊਂਟ ਨਾਲ ਮਲਟੀਪਲਾਈ ਕਰ ਦੇਣਾ। ਲੀਸਟ ਕਾਊਂਟ ਨਾਲ ਮਲਟੀਪਲਾਈ ਕਰਕੇ 0.13 ਵੈਲਿਊ ਆ ਗਈ। ਮਿਨੀਮਮ ਰੇਂਜ ਜਿਹੜੀ ਸੀ ਉਹ 50 ਸੀਗੀ। ਬੈਰਲ ਰੀਡਿੰਗ ਆਪਾਂ ਪਹਿਲਾਂ ਕੱਢੀ ਸੀ 13.5। ਥਿੰਬਲ ਰੀਡਿੰਗ ਆਪਣੇ ਕੋਲ ਹੁਣ ਕਿੰਨੇ ਆ ਗਈ 0.13 mm। ਇਸ ਲਈ ਜੇ ਆਪਾਂ ਸਾਰਿਆਂ ਨੂੰ ਟੋਟਲ ਕਰੀਏ ਤਾਂ ਮਾਈਕਰੋਮੀਟਰ ਦੀ ਰੀਡਿੰਗ ਕਿੰਨੀ ਆ ਗਈ 63.63 mm। ਥੈਂਕ ਯੂ, ਹੈਵ ਅ ਨਾਈਸ ਡੇ।